ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸੰਯੁਕਤ ਸਮਾਜ ਮੋਰਚੇ ਦੇ ਬੁਲਾਰੇ ਐਡਵੋਕੇਟ ਜਗਤਾਰ ਸਿੰਘ ਸਿੱਧੂ ਮੌਜੂਦ ਨੇ। ਤਮਾਮ ਜਿਹੜੀਆਂ ਸਿਆਸੀ ਸੁਰਖੀਆਂ ਕਹਿ ਲਓ ਕਿ ਚੋਣਾਂ ਦੇ ਦੌਰਾਨ ਜੋ ਕੁਝ ਹੁੰਦਾ ਹੈ, ਸਾਰੇ ਚਰਚਾਵਾਂ ਕੋਈ ਮੁੱਖ ਮੰਤਰੀ ਦੇ ਮੁੱਦੇ ਉੱਤੇ ਲੱਗਿਆ ਹੋਇਆ ਕਿ ਮੁੱਖ ਮੰਤਰੀ ਕਿਹੜਾ ਹੋਏਗਾ, ਜਦ ਕਿ ਜਿਹੜੇ ਪੰਜਾਬ ਦੇ ਅਸਲ ਮੁੱਦੇ ਨੇ, ਜਦੋਂ ਕੇਂਦਰ ਦੇ ਵਿੱਚ ਬਜਟ ਪੇਸ਼ ਹੁੰਦਾ ਹੈ, ਸਟੇਟਾਂ ਦੇ ਉੱਤੇ ਕੀ ਕੁਝ ਕਿੰਨਾ ਕੁ ਸਰਕਾਰ ਨੇ ਰੱਖਿਆ, ਕਿਹੜੇ ਵਰਗ ਨੂੰ ਕੀ ਦਿੱਤਾ, ਇਹਦੇ ਉੱਤੇ ਖਾਸ ਕਰ ਜਿਹੜੀ ਉਹ ਚਰਚਾ ਉਹ ਮੀਡੀਆ ਦੇ ਦੂਜੇ ਪਾਸੇ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ। ਹਾਲਾਂਕਿ ਉਹ ਮੀਡੀਆ ਜਿਹੜਾ ਸਰਕਾਰ ਪੱਖੀ ਆ, ਉਹ ਸਰਕਾਰ ਦੀਆਂ ਪ੍ਰਾਪਤੀਆਂ ਹੀ ਗਿਣਾ ਰਿਹਾ। ਬਜਟ ਦੇ ਉੱਤੇ ਜੇ ਗਹਿਰੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਉਹਦੇ ਵਿੱਚ ਕਿਸਾਨਾਂ ਲਈ ਕੀ ਰੱਖਿਆ, ਆਮ ਲੋਕਾਂ ਲਈ ਕੀ ਰੱਖਿਆ, ਟੈਕਸ ਨੂੰ ਲੈ ਕੇ ਕੀ ਕੁਝ ਰਿਆਇਤਾਂ। ਨਾਲੋਂ ਨਾਲ ਸਵਾਲ ਜਿਹੜਾ ਇਹ ਆ ਕਿ ਰੋਜ਼ਗਾਰ ਨੂੰ ਲੈ ਕੇ ਜਿਹੜੀ ਚਰਚਾ ਹੁੰਦੀ ਹੈ, ਸਕੂਲਾਂ ਦੀ ਸਿੱਖਿਆ ਨੂੰ ਲੈ ਕੇ, ਸਕੂਲ ਬੰਦ ਨੇ ਕਰੋਨਾ ਦੇ ਕਰਕੇ, ਪਹਿਲਾਂ ਵੀ ਬੰਦ ਰਹੇ, ਹੁਣ ਵੀ ਬੰਦ ਰਹੇ, ਮਾਪੇ ਤੇ ਬੱਚੇ ਜਿਹੜੇ ਨੇ ਉਹ ਪਰੇਸ਼ਾਨੀ ਵਿੱਚ ਨੇ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾ ਫੈਕਟਰ ਕਿਸਾਨਾਂ ਦਾ ਰਹੇਗਾ ਕਿ ਕਿਸਾਨਾਂ ਨੂੰ ਕੀ ਮਿਲਿਆ। ਕਿਸਾਨਾਂ ਨੂੰ ਆਸ ਹੁੰਦੀ ਹੈ, ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹ ਕਹਿੰਦੇ ਕਿ ਸਰਕਾਰ ਜਿਹੜੀ ਆ ਉਹ ਦਿੱਲੀ ਵਾਲੇ ਮੋਰਚੇ ਦਾ ਜੋ ਕੁਝ ਉੱਥੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਨੂੰ ਰੱਦ ਕਰਵਾਏ ਸਰਕਾਰ ਕੋਲੋਂ, ਉਹਨਾਂ ਦਾ ਬਦਲਾ ਲੈ ਰਹੀ ਹੈ। ਕਿਸ ਢੰਗ ਨਾਲ ਲੈ ਰਹੀ ਹੈ? ਸਵਾਗਤ ਹੈ ਤੁਹਾਡਾ ਜਗਤਾਰ ਸਿੰਘ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਤੁਹਾਡਾ। ਬਹੁਤ ਤੁਸੀਂ ਜ਼ਰੂਰੀ ਵਿਸ਼ਾ ਜਿਹੜਾ ਛੁਹਿਆ ਅੱਜ। ਜੀ ਸ਼ੁਕਰੀਆ। ਜਗਤਾਰ ਸਿੰਘ ਜੀ, ਕਿਸਾਨਾਂ ਤੋਂ ਸ਼ੁਰੂ ਕਰ ਲਈਏ ਕਿ ਕਿਸਾਨਾਂ ਦੇ ਲਈ ਸਰਕਾਰ ਤਾਂ ਕਹਿੰਦੀ ਕਿ ਅਸੀਂ ਹਰ ਤਰੀਕੇ ਨਾਲ ਕਿਸਾਨੀ ਨੂੰ ਖੁਸ਼ਹਾਲ ਕਰਨ ਲਈ ਅਸੀਂ ਡਿਜੀਟਲਾਈਜੇਸ਼ਨ ਲੈ ਕੇ ਆ ਰਹੇ ਹਾਂ, ਅਸੀਂ ਜਿਹੜੀ ਉਹ ਡਰੋਨ ਦੇ ਜ਼ਰੀਏ ਖੇਤੀ ਹੋਇਆ ਕਰੇਗੀ, ਸਬਜ਼ ਬਾਗ ਤਾਂ ਬਹੁਤ ਦਿਖਾਏ ਜਾ ਰਹੇ ਨੇ। ਜੀ ਬਿਲਕੁਲ। ਦੇਖੋ, ਇਹ ਜਿਹੜਾ ਜਦੋਂ ਤੋਂ ਬੀਜੇਪੀ ਸਰਕਾਰ ਆਈ ਹੈ ਨਾ, ਇਹਨਾਂ ਦਾ ਇਹ ਸ਼ਬਦਾਂ ਦਾ ਜਾਲ ਬੜਾ ਵਧੀਆ ਬੁਣਦੇ ਨੇ। ਮਤਲਬ ਜਿਸ ਤਰ੍ਹਾਂ ਹੁਣ ਇਹਨਾਂ ਨੇ ਬਜਟ ਨੂੰ ਅੰਮ੍ਰਿਤ ਕਾਲ ਦਾ ਨਾਮ ਦਿੱਤਾ, ਪੰਜਾਬੀ ਚ ਕਹਿ ਲਈਏ ਅੰਮ੍ਰਿਤ ਵੇਲਾ, ਕਿ ਜੀ ਅੱਛਾ ਇਹਦੀ ਜਿਹੜੀ ਮਿਆਦ ਰੱਖੀ ਗਈ ਆ ਕਿ ਵੀ ਜੋ ਅਸੀਂ ਯੋਜਨਾਵਾਂ ਇਹ ਲਈਆਂ ਨੇ ਉਹ 25 ਸਾਲ ਦੀ ਮਿਆਦ ਰੱਖੀ ਗਈ ਹੈ, ਤਾਂ ਕਿ ਲੋਕ ਹੁਣੇ ਸਵਾਲ ਵੀ ਨਾ ਕਰਨ। ਤੇ ਕਿਸਾਨਾਂ ਤੇ ਬੋਲਣ ਤੋਂ ਪਹਿਲਾਂ ਮੈਂ 2 ਮਿੰਟ ਪਹਿਲਾਂ ਦੱਸਣਾ ਚਾਹਾਂਗਾ ਕਿ ਬਜਟ ਹੈ ਕੀ ਆ, ਸਰਕਾਰ ਕੋਲੇ ਕਿੰਨਾ ਪੈਸਾ ਆਉਂਦਾ, ਕਿੱਥੋਂ ਆਉਂਦਾ ਤੇ ਖਰਚ ਕਿੱਥੇ ਹੁੰਦਾ ਹੈ। ਮੈਂ ਬਿਲਕੁਲ ਸਾਦੇ ਢੰਗ ਨਾਲ ਮੈਂ ਦੱਸਣ ਦੀ ਕੋਸ਼ਿਸ਼ ਕਰਦਾ। ਤੁਸੀਂ ਇਹ ਦੇਖੋ, 27,50,000 ਕਰੋੜ ਰੁਪਇਆ ਇਹ ਟੈਕਸ ਤੋਂ ਵਸੂਲਦੇ ਨੇ ਜਿਹੜੇ ਆਮ ਨਾਗਰਿਕਾਂ ਤੋਂ। ਇਹਨੂੰ ਜੇ ਆਪਾਂ ਲਾਈਏ ਸਾਰਾ ਟੈਕਸ ਮਿਲਾ ਕੇ, ਕੋਈ ਲਗਭਗ 42-43% ਹਰ ਬੰਦਾ ਟੈਕਸ ਦੇ ਰਿਹਾ। ਜਿਵੇਂ ਆਪਾਂ ਦੇਸੀ ਭਾਸ਼ਾ ਚ ਕਹੀਏ, 1 ਰੁਪਈਏ ਚੋਂ 42-43 ਪੈਸੇ ਸਾਡੇ ਸਰਕਾਰ ਨੂੰ ਟੈਕਸ ਦੇ ਰੂਪ ਚ ਜਾ ਰਹੇ ਨੇ। ਤੇ ਉਹਦੇ ਬਦਲੇ ਜਿਹੜੀ ਹੈਗੀ, ਇਹਨੂੰ ਆਪਾਂ ਜਿੰਨੇ ਵੀ ਅਮਰੀਕਾ ਕੈਨੇਡਾ ਵਰਗੇ ਦੇਸ਼ ਨੇ ਉਹਦੇ ਬਰਾਬਰ ਜੇ ਆਪਣਾ ਜਿਹੜਾ ਟੈਕਸ ਆਪਣਾ ਜਾ ਖੜਦਾ ਹੈ, ਪਰ ਉਹਦੇ ਬਦਲੇ ਜਿਹੜੀਆਂ ਸਹੂਲਤਾਂ ਨੇ ਉਹਦੇ ਬਾਰੇ ਆਪਾਂ ਨੂੰ ਦੱਸਣ ਦੀ ਲੋੜ ਨਹੀਂ, ਆਪਾਂ ਨੂੰ ਪਤਾ ਹੀ ਹੈ ਵੀ ਕਿੰਨੀਆਂ ਕੁ ਮਿਲ ਰਹੀਆਂ ਨੇ। ਤਾਂ ਇਹਨਾਂ ਦੇ ਵਿੱਚੋਂ ਜਿਹੜਾ 27 ਲੱਖ ਕਰੋੜ ਰੁਪਈਆ, ਉਹਦੇ ਵਿੱਚੋਂ ਲਗਭਗ $600 ਬਿਲੀਅਨ ਦਾ ਕਰਜ਼ਾ ਲਿਆ ਹੋਇਆ ਭਾਰਤ ਸਰਕਾਰ ਨੇ, ਜਿਹਦਾ 1,80,000 ਕਰੋੜ ਰੁਪਇਆ ਤਾਂ ਵਿਆਜ ਦੇ ਵਿੱਚ ਚਲਾ ਜਾਂਦਾ। ਤੇ ਫਿਰ ਉਸ ਤੋਂ ਬਾਅਦ ਲਗਭਗ 9,50,000 ਕਰੋੜ ਰੁਪਇਆ ਜਿਹੜੇ ਇਹਨਾਂ ਦੇ ਵਿਭਾਗ ਨੇ, ਮੰਤਰੀਆਂ ਦੇ ਖਰਚੇ ਤੇ ਜਿਹੜਾ ਇਹਨਾਂ ਦੇ ਦੌਰਿਆਂ ਦੇ ਖਰਚੇ, 9 ਲੱਖ ਕਰੋੜ ਰੁਪਇਆ ਇਹ ਆਪਣੇ ਤੇ ਖਰਚ ਰਹੇ ਨੇ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਜਿੰਨੇ ਵੀ ਸਰਕਾਰੀ ਵਿਭਾਗ ਨੇ ਉਹਨਾਂ ਦੀਆਂ ਤਨਖਾਹਾਂ, ਕੋਈ 3,60,000 ਕਰੋੜ ਰੁਪਇਆ ਜਿਹੜਾ ਉਹ ਤੇ ਚਲਾ ਜਾਂਦਾ। ਤੇ ਇਸੇ ਤਰ੍ਹਾਂ ਹੀ ਤੁਸੀਂ ਇਹ ਦੇਖੋ ਵੀ ਜਿਹੜੀਆਂ ਸਰਕਾਰੀ ਫੈਕਟਰੀਆਂ ਸੀ ਜਿਨ੍ਹਾਂ ਤੋਂ ਆਮਦਨ ਆਉਣੀ ਸੀ, ਉਹਨਾਂ ਦਾ ਭੱਠਾ ਬਿਠਾਤਾ ਇਹਨਾਂ ਨੇ। ਜਿਹੜੀਆਂ ਤਾਂ ਫਾਇਦੇ ਚ ਨੇ ਉਹਨਾਂ ਨੂੰ ਵੇਚੀ ਜਾਂਦੇ ਨੇ, ਤੇ ਜਿਹੜੀਆਂ ਘਾਟੇ ਚ ਨੇ ਉਹਨਾਂ ਨੂੰ ਇਹ 3,40,000 ਕਰੋੜ ਰੁਪਏ ਦੇ ਕਰੀਬ ਜਿਹੜਾ ਉਹਨਾਂ ਨੂੰ ਸਹਾਇਤਾ ਦੇ ਰਹੇ ਨੇ। ਤੇ ਦੂਜੇ ਪਾਸੇ ਜੇ ਆਪਾਂ ਇੱਧਰ ਆਉਂਦੇ ਹਾਂ ਕਿ ਇਹ ਆਪਾਂ ਨੂੰ ਕੀ ਦੇ ਰਹੇ ਨੇ, ਤਾਂ ਕਿਸਾਨਾਂ ਦੀ ਜਿਹੜੀ ਆਪਾਂ ਗੱਲ ਕਰੀਏ ਹੁਣੇ, ਤੇ ਕਿਸਾਨਾਂ ਦੀ ਜਿਹੜੀ ਇਹਨਾਂ ਨੇ ਰੇਹਾਂ ਸਪਰੇਹਾਂ ਖਾਦਾਂ ਤੇ ਸਬਸਿਡੀ ਹੁੰਦੀ ਸੀ, ਉਹ ਇਹਨਾਂ ਨੇ ਇਸ ਵਾਰ 35,000 ਕਰੋੜ ਰੁਪਇਆ ਘਟਾ ਦਿੱਤੀ ਹੈ। ਤੇ ਜਿਹੜੀ DAP ਦੀ ਜਿਹੜੀ ਇੱਕ ਬੋਰੀ ਹੈ ਹੁਣ, ਉਹ ਕਿਸਾਨਾਂ ਨੂੰ ਆਉਣ ਵਾਲੇ ਥੋੜੇ ਸਮੇਂ 'ਚ ਹੀ 1800-1900 ਰੁਪਏ ਦੀ ਬੋਰੀ ਮਿਲੇਗੀ। ਤੇ ਇਸੇ ਤਰ੍ਹਾਂ ਹੀ 25% ਜਿਹੜਾ ਹੈਗਾ ਯੂਰੀਆ ਦਾ ਜਿਹੜਾ ਰੇਟ ਜਿਹੜਾ ਉਹ ਵੱਧ ਹੋ ਜਾਣਾ। ਤੇ ਇੰਨਾ ਉਸਦੇ ਮੁਕਾਬਲੇ ਉਧਰੋਂ ਜੇ ਆਪਾਂ ਗੱਲ ਕਰੀਏ, ਇੱਕ ਪਾਸੇ ਤਾਂ ਖਾਦਾਂ ਦਾ ਤੇ ਜਿਹੜੀਆਂ ਰੇਹਾਂ ਸਪਰੇਹਾਂ ਦਾ ਰੇਟ ਇੰਨਾ ਵਧਾਤਾ, ਤੇ ਉਧਰੋਂ ਜੇ ਆਪਾਂ ਗੱਲ ਕਰੀਏ, ਕਹਿੰਦੇ ਸੀ ਵੀ MSP ਥੀ MSP ਹੈ, MSP ਰਹੇਗੀ। ਤਾਂ
2,42,000 ਕਰੋੜ ਰੁਪਇਆ ਪਿਛਲੇ ਸਾਲ ਜਿਹੜਾ ਐਮਐਸਪੀ ਤੇ ਇਹਨਾਂ ਨੇ ਅਨਾਉਂਸ ਕੀਤਾ ਸੀ, ਇਸ ਵਾਰ ਘਟਾ ਕੇ 2,37,000 ਕਰੋੜ ਕਰਤਾ, ਯਾਨੀ ਕਿ 5,000 ਕਰੋੜ ਰੁਪਇਆ ਐਮਐਸਪੀ ਚੋਂ ਵੀ ਘਟਾ ਦਿੱਤਾ ਹੈ। ਇਹਦਾ ਮਤਲਬ ਕਿ ਫਸਲਾਂ ਦੇ ਹੁਣ ਜਿਹੜੇ ਮੁੱਲ ਵਧਣ ਦੀ ਕੋਈ ਗੁੰਜਾਇਸ਼ ਉਹ ਹੈ ਨਹੀਂ। ਤੇ ਉਸ ਤੋਂ ਬਾਅਦ ਇਹਨਾਂ ਦੀ ਆਪਣੀ ਹੀ ਰਿਪੋਰਟ ਹੈ ਜਿਹੜੀ ਇਹਦਾ ਜਿਹੜਾ ਰਿਆਇਤਾਂ ਤਾਂ ਤੁਸੀਂ ਇਹ ਦੇਖੋ ਵੀ ਜਿਹੜੀ 2020-21 ਦਾ ਜਿਹੜਾ ਬਜਟ ਹੈ ਉਹਦੇ ਵਿੱਚ 1,11,000 ਕਰੋੜ ਰੁਪਏ ਦੀ ਸਬਸਿਡੀ ਮਿਲਦੀ ਸੀ ਕਿਸਾਨਾਂ ਨੂੰ, ਤੇ ਹੁਣ ਜਿਹੜਾ 2022-23 ਵਾਲਾ ਇਹਦੇ ਚ 73,000 ਕਰੋੜ ਰਹਿ ਗਈ। ਮਤਲਬ 2 ਸਾਲਾਂ ਦੇ ਵਿੱਚ ਇਹਨਾਂ ਨੇ 27,000 ਕਰੋੜ ਰੁਪਇਆ ਕੱਟ ਕਰਤਾ। ਤੇ ਇਹਦਾ ਇਸ਼ਾਰਾ ਸਾਫ਼ ਹੈ ਕਿ ਇਹ ਖੇਤੀ ਨੂੰ ਬਰਬਾਦ ਕਰਨਾ ਚਾਹੁੰਦੇ ਨੇ, ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਤੇ ਪ੍ਰਾਈਵੇਟ ਹੱਥਾਂ 'ਚ ਦੇਣਾ ਚਾਹੁੰਦੇ ਨੇ, ਜਿਹਦੀ ਕੋਸ਼ਿਸ਼ ਉਹ ਤਿੰਨੇ ਬਿੱਲ ਵੀ ਸੀਗੇ ਤੇ ਉਸ ਤਰੀਕੇ ਨਾਲ ਨਹੀਂ ਹੋ ਸਕਿਆ ਤਾਂ ਇਧਰੋਂ ਕਰ ਰਹੇ ਨੇ। ਤਾਂ ਫਿਰ ਜਿਹੜਾ ਗਰੀਬਾਂ ਲਈ ਜਿਹੜਾ ਪੀਡੀਐਸ ਸਿਸਟਮ ਦੇ ਥਰੂ ਉਹਨਾਂ ਨੂੰ ਅਨਾਜ ਮਿਲਦਾ ਹੈ ਜਾਂ ਹੋਰ ਚੀਜ਼ਾਂ ਮਿਲਦੀਆਂ ਨੇ, ਉਹਦੇ ਵਿੱਚ ਵੀ ਇਹਨਾਂ ਨੇ ਕਰੀਬਨ 20,000 ਕਰੋੜ ਰੁਪਇਆ ਜਿਹੜਾ ਉਹ ਘੱਟ ਕਰਤਾ ਹੈ ਇਸ ਵਾਰ। ਇਸੇ ਤਰ੍ਹਾਂ ਨਰੇਗਾ ਦਾ ਜਿਹੜਾ ਉਹ ਵੀ ਪੈਸਾ ਘੱਟੋ ਘੱਟ 27,000 ਕਰੋੜ ਰੁਪਏ ਦੇ ਕਰੀਬ 2 ਸਾਲਾਂ ਦੇ ਵਿੱਚੋਂ ਆ ਕੇ ਉਹ ਵੀ ਇਹਨਾਂ ਨੇ ਉਹ ਜਿਹੜਾ ਕੱਟ ਕਰ ਦਿੱਤਾ। ਤਾਂ ਇਹ ਵੀ ਹਰ ਵਰਗ ਜਿਹੜਾ ਗਰੀਬ ਵਰਗ ਤਬਕਾ ਹੈ ਉਹਨੂੰ ਮਾਰ ਪੈ ਰਹੀ ਹੈ, ਨਾ ਸਿਰਫ ਕਿਸਾਨ ਨੂੰ। ਤੇ ਜਿੰਨੇ ਤੁਸੀਂ ਦੇਖੋਗੇ ਛੋਟੇ ਦੁਕਾਨਦਾਰ ਨੇ ਉਹਨਾਂ ਤੇ ਵੀ ਟੈਕਸ ਜਿਹੜਾ ਹੈਗਾ ਵੱਧ ਲਾਇਆ ਜਾ ਰਿਹਾ, ਤੇ ਕਿਸਾਨਾਂ ਨੂੰ ਕੁਝ ਨਹੀਂ ਮਿਲ ਰਿਹਾ, ਜਿਹੜੇ ਆਮ ਗਰੀਬ ਪਰਿਵਾਰ ਨੇ ਉਹਨਾਂ ਨੂੰ ਕੁਝ ਨਹੀਂ ਮਿਲ ਰਿਹਾ। ਤੇ ਦੂਜੇ ਪਾਸੇ ਜਿਹੜਾ ਇਹਦੇ ਵਿੱਚ ਹੁਣ ਇਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਜਿਹੜੇ 5 ਸੈਕਟਰ ਨੇ ਉਹਨਾਂ 'ਚ ਅਸੀਂ ਜਿਹੜੀ ਐਫਡੀਆਈ ਹੈ, ਜਿਹੜੀ ਕਿ ਫੋਰਨ ਇਨਵੈਸਟਮੈਂਟ ਆ ਜਾਂ ਪ੍ਰਾਈਵੇਟ ਇਨਵੈਸਟਮੈਂਟ ਹੈ, ਉਹਨੂੰ ਅਸੀਂ 77 ਕਰ ਦਿਆਂਗੇ। ਜਾਨੀ ਕਿ ਰੇਲਵੇ, ਬੰਦਰਗਾਹਾਂ, ਹਵਾਈ ਅੱਡੇ ਤੇ ਤੁਹਾਡਾ ਜਿਹੜਾ ਟਰਾਂਸਪੋਰਟੇਸ਼ਨ ਦਾ ਹੈ ਉਹ ਸਾਰੇ ਦਾ ਸਾਰਾ ਸਰਕਾਰ ਪ੍ਰਾਈਵੇਟ ਹੱਥਾਂ 'ਚ ਦੇ ਰਹੀ ਹੈ। ਤਾਂ ਇੱਕ ਪਾਸੇ ਸਰਕਾਰ ਸਾਡਾ ਟੈਕਸ ਵਧਾ ਰਹੀ ਹੈ, ਕਿਉਂਕਿ ਹਰ ਵਾਰ ਅਨਾਉਂਸ ਹੁੰਦਾ ਕਿ ਬਈ ਜਿਹੜੀ ਟੈਕਸ ਦੀ ਸਲੈਬ ਆ ਵੱਧਦੀ ਆ ਉਹ ਕੋਈ 20-30,000 ਮਤਲਬ ਉੱਪਰ ਕਰਕੇ ਟੈਕਸ ਤੋਂ ਰਾਹਤ ਦਿੱਤੀ ਜਾਂਦੀ ਹੈ, ਕਿਉਂਕਿ ਇੰਨੀ ਦਰ ਨਾਲ ਮਹਿੰਗਾਈ ਵੀ ਵੱਧਦੀ ਹੈ। ਪਰ ਇਸ ਵਾਰ ਇਹਨਾਂ ਨੇ ਉਹ ਟੈਕਸ ਦੀ ਰਾਹਤ ਵੀ ਨਹੀਂ ਦਿੱਤੀ ਤੇ ਬਦਲੇ 'ਚ ਸਾਥੋਂ 42% ਦੇ ਕਰੀਬ ਟੈਕਸ ਲੈਣ ਦੇ ਬਾਵਜੂਦ ਵੀ ਇਹ ਸਾਨੂੰ ਸਹੂਲਤਾਂ ਕੁਝ ਨਹੀਂ ਦੇ ਰਹੇ। ਜਿੰਨੀਆਂ ਵੀ ਸਰਕਾਰੀ ਅਦਾਰੇ ਨੇ ਉਹਨਾਂ ਨੂੰ ਪ੍ਰਾਈਵੇਟ ਕਰ ਰਹੇ ਨੇ। ਤੇ ਸਿੱਖਿਆ ਪਰ ਆਪਾਂ ਡਿਟੇਲ 'ਚ ਗੱਲ ਕਰਾਂਗੇ ਕਿ ਸਿਹਤ, ਬਾਕੀ ਸਾਰਿਆਂ ਚੋਂ ਜਿਹੜਾ ਸਰਕਾਰ ਆਪਣਾ ਹੱਥ ਖਿੱਚ ਰਹੀ ਆ ਤੇ ਪ੍ਰਾਈਵੇਟ ਹੱਥਾਂ ਦੇ ਕੇ, ਮਤਲਬ ਇਹ ਸੋਚੋ ਤੁਸੀਂ ਕਿ ਇੰਨਾ ਲੱਖਾਂ ਕਰੋੜਾਂ ਰੁਪਇਆ ਜਿਹੜਾ ਹੱਥੋਂ ਲੈ ਰਹੇ ਨੇ, ਖਰਚ ਕਿਤੇ ਰਹੀ ਨਹੀਂ ਤਾਂ ਜਾਂਦਾ ਕਿੱਧਰ ਆ? ਉਹ ਸਾਫ਼ ਹੈ ਕਿ ਇਹ ਇਹਨਾਂ ਮੰਤਰੀ, ਇਹਨਾਂ ਰਿਸ਼ਤੇਦਾਰ, ਇਹ ਸਾਰੇ ਜਿਹੜੇ ਨੇ ਇਹਨਾਂ ਦੀ ਜੇਬਾਂ ਦੇ ਵਿੱਚੋਂ ਪੈਸਾ ਜਾ ਰਿਹਾ ਜੀ। ਬਿਲਕੁਲ ਜਗਤਾਰ ਸਿੰਘ ਜੀ, ਇੱਥੇ ਇਹ ਆ, ਮੈਂ ਨਿਰਮਲਾ ਸੀਤਾਰਮਨ ਜਿਹੜੇ ਸਾਡੇ ਕੇਂਦਰੀ ਵਿੱਤ ਮੰਤਰੀ ਨੇ ਉਹਨਾਂ ਨੂੰ ਸੁਣ ਰਿਹਾ ਸੀ, ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਉਹ ਕਹਿੰਦੇ ਕਿ ਕੋਈ ਗੋਲਮੋਲ ਗੱਲ ਨਹੀਂ ਕੀਤੀ, ਕੋਈ ਗੋਲਮੋਲ ਬਜਟ ਨਹੀਂ ਪੇਸ਼ ਕੀਤਾ। ਰਾਹੁਲ ਗਾਂਧੀ ਹੋਰੀ ਸਦਨ ਦੇ ਵਿੱਚ ਖੁੱਲੇਆਮ ਕਹਿੰਦੇ ਨੇ ਕਿ 2 ਤਰ੍ਹਾਂ ਦਾ ਹਿੰਦੁਸਤਾਨ ਬਣਾਤਾ ਇਹਨਾਂ ਨੇ, ਇੱਕ ਗਰੀਬਾਂ ਦਾ ਤੇ ਇੱਕ ਅਮੀਰਾਂ ਦਾ। ਇਹਨਾਂ ਨੂੰ ਇੱਕ ਹਿੰਦੁਸਤਾਨ ਬਣਾਉਣਾ ਪਏਗਾ, ਉਸ ਰਾਹ ਤੇ ਚੱਲਣਾ ਪਏਗਾ। ਇਹ ਬਜਟ ਜਿਸ ਤਰੀਕੇ ਨਾਲ ਦਿਖਾ ਰਹੇ ਨੇ ਉਹ ਕਹਿੰਦੇ ਕਿ ਹਨੇਰਾ ਆ ਸਾਰਾ ਕੁਝ। ਦੇਖੋ ਗੋਲਮੋਲ ਬਿਲਕੁਲ ਹੈ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਮੀਡੀਆ, ਜਿਹੜੀ ਮੇਨ ਸਟ੍ਰੀਮ ਮੀਡੀਆ ਜਿਹੜਾ ਚਰਚਾ ਕਾਦੀ ਕਰ ਰਿਹਾ ਕਿ ਜੀ ਇਸ ਵਾਰ ਡਿਜੀਟਲ ਬਜਟ ਪੇਸ਼ ਕੀਤਾ, ਇਸ ਵਾਰ ਜਿਹੜਾ ਬਹੀਆਂ ਖਾਤੇ ਲਿਆਉਣ ਦੀ ਬਜਾਏ ਇਸ ਵਾਰ ਲੈਪਟਾਪ ਤੋਂ ਜਾਂ ਆਈਪੈਡ ਤੋਂ ਅਨਾਉਂਸ ਕੀਤਾ ਗਿਆ ਬਜਟ। ਫਿਰ ਜਿਹੜਾ ਤਾਂ ਹੈਗਾ ਇਹਨਾਂ ਦੇ ਕਾਰਪੋਰੇਟ ਘਰਾਣੇ ਅਡਾਨੀ ਅੰਬਾਨੀ, ਉਹਨਾਂ ਲਈ ਤਾਂ ਬਹੁਤ ਵਧੀਆ ਬਜਟ ਹੈ ਇਹ। ਤੇ ਕਿਉਂਕਿ ਜਿਹੜਾ ਪ੍ਰਾਈਵੇਟ ਖੁੱਲ੍ਹ ਦੇਤੀ ਆ ਤੇ ਜਿਹੜੇ ਆਮ ਲੋਕਾਂ ਨੂੰ, ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਨਰੇਗਾ ਚੋਂ ਸਬਸਿਡੀ ਕੱਟ ਲਈ, ਜਿਹੜਾ ਗਰੀਬਾਂ ਨੂੰ ਰਾਸ਼ਨ ਮਿਲਦਾ ਸੀ ਉਹਦੀ ਸਬਸਿਡੀ ਕੱਟ ਲਈ, ਕਿਸਾਨਾਂ ਦੀ ਸਬਸਿਡੀ ਕੱਟ ਲਈ, ਤੇ ਔਰ ਜਿਹੜੀਆਂ ਸਕੀਮਾਂ ਵੀ ਦੱਸੀਆਂ ਨੇ ਕੋਈ ਭਲਾਈ ਵਾਲੀਆਂ, ਉਹਨਾਂ ਦਾ ਸਮਾਂ ਜਿਹੜਾ ਨਿਰਧਾਰਿਤ ਕਰਤਾ 25 ਸਾਲ। ਤਾਂ 25 ਸਾਲ ਦੇ ਵਿੱਚ ਕੌਣ ਹੋਊਗਾ ਇੱਥੇ ਜਾਂ ਕੌਣ ਸਵਾਲ ਪੁੱਛੂਗਾ, ਇਹ ਆਪਾਂ ਨੂੰ ਸਭ ਨੂੰ ਪਤਾ ਕਿ ਲੋਕ ਦੂਜੇ ਦਿਨ ਭੁੱਲ ਜਾਂਦੇ ਨੇ। ਇਸ ਕਰਕੇ ਫੌਰੀ ਕੋਈ ਰਾਹਤ ਦੇਣ ਦੀ ਬਜਾਏ 25 ਸਾਲ ਦਾ ਸਮਾਂ ਹੀ ਇਸ ਕਰਕੇ ਮਿਥਿਆ ਗਿਆ ਤਾਂ ਕਿ ਜਿਹੜੀ ਸਰਕਾਰ ਆਪਣੀਆਂ ਸਾਰੀਆਂ ਨਲਾਇਕੀਆਂ ਛੁਪਾ ਸਕੇ। ਤੇ ਇਸੇ ਕਰਕੇ ਕਿਹਾ ਜਾਂਦਾ ਹੈ ਗੋਲਮੋਲ ਬਜਟ ਹੈ। ਪਰ ਇਹਦੇ ਵਿੱਚ ਇਹ ਵੀ ਤਾਂ ਕਿਹਾ ਜਾਂਦਾ ਕਿ ਇਹ ਸਾਰਾ ਕੁਝ ਕੀਤਾ ਕਰਾਇਆ ਜਿਹੜਾ ਆ ਉਹ ਕਾਂਗਰਸ ਦਾ ਹੈ, ਕਿਉਂਕਿ ਉਹਨਾਂ ਨੇ ਆਪਣੇ ਵੇਲੇ ਐਫਡੀਆਈ ਦੀ ਗੱਲ ਕੀਤੀ। ਆਪਣੇ ਵੇਲੇ ਉਹ ਚਾਹੁੰਦੇ ਸੀ ਕਿ ਅਸੀਂ ਭਾਰਤ ਦੇ ਵਿੱਚ ਬਾਹਰਲੇ ਮੁਲਕ ਵਰਗਾ ਸਾਰਾ ਕੁਝ ਪੈਦਾ ਕਰੀਏ ਕਿ ਜੋ ਕੁਝ ਉੱਥੇ ਸਹੂਲਤਾਂ ਮਿਲਦੀਆਂ। ਇਹ ਲੋਕਾਂ ਨੂੰ ਵੀ ਇਹੀ ਗੱਲ ਕਹਿੰਦੇ ਨੇ ਕਿ ਤੁਹਾਡੇ ਬੱਚੇ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਨੇ, ਜਾ ਕੇ ਉੱਥੇ ਜਾ ਕੇ ਪੁੱਛੋ ਕਿ ਕਿਸ ਤਰ੍ਹਾਂ ਜਾ ਕੇ ਉਹ ਸਟੋਰਸ ਵਿੱਚ ਕੰਮ ਕਰਦੇ ਨੇ ਜਾਂ ਉੱਥੇ ਸਟੋਰਾਂ ਦੇ ਉੱਤੋਂ ਸਾਰਾ ਕੁਝ ਖਰੀਦਣਾ ਪੈਂਦਾ। ਇਹ ਉਸ ਚੀਜ਼ ਨੂੰ ਬੜਾਵਾ ਦਿੰਦੇ ਨੇ ਕਿ ਉਧਰਲੇ ਪਾਸੇ ਦੇਖੋ। ਜੇ ਕਿਸਾਨਾਂ ਦੀ ਗੱਲ ਕਰੋ ਤਾਂ ਵੀ ਇਹ ਕਿਸਾਨਾਂ ਨੂੰ ਕਹਿੰਦੇ ਨੇ ਕਿ ਉਧਰਲੀ ਖੇਤੀ ਦੇਖ ਲਓ, ਉਧਰ ਕਿਸਾਨ ਮਾਰੇ ਨੇ, ਉਹਦੀ ਗੱਲ ਨਹੀਂ ਕਰਦੇ।
ਦੇਖੋ ਬਿਲਕੁਲ ਇਹ ਕਾਂਗਰਸ ਦੀ ਲਾਈਨ ਤੇ ਚੱਲ ਰਹੇ ਨੇ। ਕਾਂਗਰਸ ਕੋਈ ਦੁੱਧ ਦੀ ਧੋਤੀ ਨਹੀਂ ਹੈ। ਤੇ ਪਰ ਕਾਂਗਰਸ ਦਾ ਇੱਕ ਫਰਕ ਸੀ ਕਿ FDI ਉਹ ਜਿਹੜੀ ਸੀਗੀ ਫੋਰਨ ਇਨਵੈਸਟਮੈਂਟ ਉਹ 49% ਰੱਖਦੇ ਸੀ। 49 ਪ੍ਰਾਈਵੇਟ, 51 ਸਰਕਾਰ ਦੀ, ਤਾਂ ਕਿ ਸਰਕਾਰ ਦਾ ਅਪਰ ਹੈਂਡ ਰਹਿੰਦਾ ਸੀ। ਪਰ ਹੁਣ ਇਹਨੂੰ 70% ਤੱਕ ਕਰਤੀ ਆ। ਤਾਂ ਇਹਦੇ ਮਤਲਬ ਜਿਹੜੀ ਸਰਕਾਰ ਹੈ ਉਹ ਇੱਕ ਛੋਟਾ ਜਿਹਾ ਪਾਰਟਨਰ ਬਣ ਕੇ ਰਹਿ ਗਈ ਹੈ। ਬਾਕੀ ਸਾਰਾ ਜਿਹੜਾ ਉਹਦਾ ਕੰਟਰੋਲ ਹੈ ਉਹ ਪ੍ਰਾਈਵੇਟ ਦੇ ਹੱਥਾਂ 'ਚ ਕਰਤਾ। ਤੇ ਜੇ ਆਪਾਂ ਹੁਣ ਕਿਸਾਨਾਂ ਦੀ, ਤੁਹਾਡੀ ਇਸ ਸਵਾਲ ਤੋਂ ਮੈਨੂੰ ਹੋਰ ਬੜਾ ਇੰਪੋਰਟੈਂਟ ਪੁਆਇੰਟ ਯਾਦ ਆਇਆ ਕਿ ਕਾਂਗਰਸ ਦੇ ਹਵਾਲੇ ਨਾਲ, ਤੇ ਦੇਖੋ ਵੀ ਪੰਜਾਬ ਦੀ ਜਿਹੜੀ ਖੇਤੀਬਾੜੀ, ਜਿਹੜੀ ਰੀੜ੍ਹ ਦੀ ਹੱਡੀ ਪੰਜਾਬ ਦੀ, ਤੇ ਪੰਜਾਬ ਦਾ ਜਿਹੜਾ ਧੁਰਾ ਉਹ ਖੇਤੀਬਾੜੀ ਹੈ। ਤਾਂ 1971 ਤੋਂ ਲੈ ਕੇ 1985-86 ਤੱਕ ਪੰਜਾਬ ਦੀ ਜਿਹੜੀ ਖੇਤੀਬਾੜੀ ਦੀ ਗਰੋਥ ਸੀ ਉਹ 5.4% ਤੱਕ ਰਹੀ ਆ, ਜਦ ਕਿ ਬਾਕੀ ਜਿਹੜੇ ਦੇਸ਼ ਦੀ ਗਰੋਥ ਸੀ ਉਹ 3.7% ਤੱਕ ਸੀ। ਪਰ 91 ਦੇ ਵਿੱਚ ਪ੍ਰਾਈਵੇਟਾਈਜੇਸ਼ਨ ਜਦੋਂ ਆ ਗਈ, ਉਹ ਕਿਉਂਕਿ ਸਾਰੇ ਦੇ ਸਾਰੀ ਜਿਹੜੀ ਇੰਡਸਟਰੀਅਲ ਗਰੋਥ ਦੇ ਉੱਤੇ, ਜਿਹੜੀ ਫੈਕਟਰੀਆਂ ਨੇ, ਹੋਰ ਚੀਜ਼ਾਂ ਨੇ, ਉਹਨਾਂ ਤੇ ਜਿਹੜਾ ਕੇਂਦਰਿਤ ਸੀ ਤੇ ਖੇਤੀ ਵੱਲ ਕੋਈ ਧਿਆਨ ਨਹੀਂ ਸੀ, ਤਾਂ ਪੰਜਾਬ ਦੀ ਜਿਹੜੀ ਖੇਤੀ ਦੀ ਗਰੋਥ ਹੈ ਉਹ 5.4 ਤੋਂ ਘਟ ਕੇ 1.6% ਰਹਿ ਗਈ, ਜਦ ਕਿ ਬਾਕੀ ਜਿਹੜੀ ਖੇਤੀਬਾੜੀ ਦੀ ਜਿਹੜੀ ਹੈਗੀ ਆ ਗਰੋਥ ਆ ਉਹ 3.6 ਦੇ ਕਰੀਬ ਚੱਲ ਰਹੀ ਹੈ ਹਲੇ ਵੀ। ਤਾਂ ਸਾਡੀ ਜਿਹੜੀ ਖੇਤੀਬਾੜੀ ਦੀ ਗਰੋਥ ਨਾਲੋਂ ਬਾਕੀ ਜਿਹੜੇ ਦੇਸ਼ ਦੀ ਗਰੋਥ ਆ ਉਹ ਦੁੱਗਣੀ ਹੈ। ਤੇ ਪੰਜਾਬ ਨੂੰ ਕਿਸ ਤਰੀਕੇ ਨਾਲ ਇਹਨਾਂ ਨੇ ਕੀਤਾ, ਉਹਦਾ ਕਾਰਨ ਕੀ ਬਣਿਆ? ਕਿਉਂਕਿ ਜਦੋਂ ਸਾਰਾ ਇੰਡਸਟਰੀ ਤੇ ਬੇਸ ਕੰਮ ਹੋਣਾ ਸੀ, ਤਾਂ ਪੰਜਾਬ ਦੇ ਵਿੱਚ ਐਗਰੋ ਬੇਸਡ ਇੰਡਸਟਰੀ, ਖੇਤੀਬਾੜੀ ਤੇ ਜਿਹੜੇ ਪ੍ਰੋਡਕਟ ਨੇ ਉਹਨਾਂ ਦੇ ਬੇਸਡ ਛੋਟੀਆਂ ਜਿਹੜੀਆਂ ਹੈਗੀਆਂ ਨੇ ਫੈਕਟਰੀਆਂ ਲਾਈਆਂ ਜਾਣੀਆਂ ਚਾਹੀਦੀਆਂ ਸੀ, ਲੋਕਲ ਲੈਵਲ ਤੇ, ਤਹਿਸੀਲ ਲੈਵਲ ਤੇ, ਬਲਾਕ ਲੈਵਲ ਤੇ, ਜਿਹਦੇ ਨਾਲ ਆਮ ਲੋਕਾਂ ਨੂੰ, ਲੋਕਲ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਤੇ ਕਿਸਾਨ ਆਪਣੇ ਜਿਹੜੇ ਖੇਤੀਬਾੜੀ ਦੀ ਜਿਹੜੀ ਪੈਦਾਵਾਰ ਨੂੰ, ਉਹਨੂੰ ਕਿਸੇ ਵਧੀਆ ਉਹਦਾ ਪ੍ਰੋਡਕਟ ਬਣਾ ਕੇ ਵੇਚਦਾ ਤੇ ਉਹਦੀ ਆਮਦਨ ਵੀ ਜਿਹੜੀ ਹੈਗੀ ਆ ਉਹ ਦੁੱਗਣੀ ਤਿੱਗਣੀ ਹੋ ਜਾਣੀ ਸੀ। ਪਰ ਇਹ ਬਿਲਕੁਲ ਨਹੀਂ ਕੀਤਾ ਗਿਆ। ਇਹ ਵਿੱਚੇ ਕਾਂਗਰਸ, ਵਿੱਚੇ ਅਕਾਲੀ, ਤੁਸੀਂ ਇਹ ਦੇਖੋ ਵੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਕੋਲੇ ਇਹ ਲੋਕਲ ਜਿਹੜਾ ਐਗਰੋ ਬੇਸਡ ਇੰਡਸਟਰੀ ਦਾ ਮਹਿਕਮਾ ਰਿਹਾ, ਤੇ ਇਹ ਵੀ ਉਹਨਾਂ ਨੇ ਪੰਜਾਬ ਦੇ ਵਿੱਚ ਐਗਰੋ ਬੇਸਡ ਇੰਡਸਟਰੀ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਇੱਕ ਅੱਧੀ ਮਨਜ਼ੂਰੀ ਵੀ ਕਰਾਈ ਆ, ਉਹ ਆਪਦੇ ਹਿੱਸੇ ਨੇ ਉਹਦੇ। ਤੇ ਇਸ ਕਰਕੇ ਜਿਹੜੇ ਇਹ ਦਾਅਵੇ ਕਰਦੇ ਨੇ ਹੁਣ ਅਕਾਲੀ, ਵਿੱਚੇ ਕਾਂਗਰਸੀ, ਵਿੱਚੇ ਹੁਣ ਆਮ ਆਦਮੀ ਪਾਰਟੀ ਵਾਲੇ ਆ ਗਏ ਨੇ, ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਕਿਸਾਨਾਂ ਦਾ ਭਲਾ ਕਰਾਂਗੇ, ਤੇ ਸਭ ਤੋਂ ਪਹਿਲਾਂ ਕਿਸਾਨਾਂ ਦੇ ਜਿਹੜੇ ਖਿਲਾਫ ਕਾਨੂੰਨ ਸੀ ਉਹ ਨੋਟੀਫਾਈ ਇਹਨਾਂ ਨੇ, ਆਮ ਆਦਮੀ ਪਾਰਟੀ ਨੇ ਕੀਤੇ ਨੇ ਆਪਣੇ। ਇਹ ਪੰਜਾਬ ਦਾ ਜਿਹੜਾ ਇਹ ਵਾਤਾਵਰਨ ਦੂਸ਼ਿਤ ਹੋ ਗਿਆ, ਸਭ ਕੁਝ ਹੋ ਗਿਆ, ਇਹ ਸਾਰਿਆਂ ਲਈ ਜ਼ਿੰਮੇਵਾਰ ਕਾਂਗਰਸ ਵੀ ਆ ਤੇ ਅਕਾਲੀ ਵੀ ਨੇ। ਇਹ ਬਿਲਕੁਲ ਤੁਸੀਂ ਜਿਹੜਾ ਕਿਹਾ ਕਿ ਬਾਹਰ ਸਟੋਰਾਂ ਦੇ ਵਿੱਚ ਜਿਵੇਂ ਕੰਮ ਕਰਦੇ ਨੇ, ਉਹ ਮੈਂ ਪਹਿਲਾਂ ਹੀ ਦੱਸਿਆ ਕਿ ਟੈਕਸ ਅਸੀਂ ਉਹਨਾਂ ਦੇ ਹੀ ਰਹੇ ਹਾਂ, ਪਰ ਉਹਦੇ ਬਦਲੇ ਜਿਹੜੀ ਸਾਨੂੰ ਕੁਝ ਵੀ ਨਹੀਂ ਮਿਲ ਰਹੀ। ਤੇ ਬਾਹਰਲੇ ਕਿਸਾਨ ਦੀ ਜਿਹੜੀ ਗੱਲ ਕਰਦੇ ਆ, ਉਹ ਲੰਬਾ ਵਿਸ਼ਾ ਜੀ, ਆਪਾਂ ਗੱਲ ਕਰਾਂਗੇ ਉਹਦੇ ਤੇ ਹੁਣ। ਪਰ ਬਾਹਰਲਾ ਕਿਸਾਨ ਬਰਬਾਦ ਹੋ ਚੁੱਕਿਆ। ਉਹਨਾਂ ਨੂੰ ਜਿਹੜੀ ਲਗਭਗ 48,000 ਤੋਂ 50,000 ਡਾਲਰ ਦੀ ਸਬਸਿਡੀ ਦੇ ਰਹੀ ਹੈ ਉੱਥੋਂ ਦੀ ਸਰਕਾਰ, ਤਾਂ ਉਹ ਬਚਿਆ ਹੋਇਆ। ਤੇ ਸਾਡੇ ਜੇ ਅਸੀਂ ਸਾਡੇ ਇੱਕ ਕਿਸਾਨ ਨੂੰ $250 ਦੀ ਸਬਸਿਡੀ ਵੀ ਨਹੀਂ ਮਿਲ ਰਹੀ, ਜਿਹੜੀ ਇਹ ਹਰ ਸਾਲ ਉਹ ਵੀ ਕੱਟੀ। ਬਿਲਕੁਲ ਆਪਣੇ ਆਪ ਨੂੰ ਕੰਪੈਰੀਜ਼ਨ ਕਰਨਾ, ਇਹ ਸਿਰਫ ਸਾਡੇ ਅੱਖੀ ਘੱਟਾ ਪਾਉਣ ਵਾਲੀ ਗੱਲ ਆ। ਇਹ ਹਕੀਕਤ ਸਾਨੂੰ ਪਤਾ ਹੈ ਹਕੀਕਤ ਕੀ ਹੈ। ਜਿੱਥੋਂ ਤੱਕ ਸਰਕਾਰ ਜਿਹੜੀ ਗੱਲ ਕਰਦੀ, ਕਹਿੰਦੇ ਜੈਵਿਕ ਖੇਤੀ, ਕੁਦਰਤੀ ਖੇਤੀ ਵਾਲੇ ਪਾਸੇ ਲੈ ਕੇ ਜਾਵਾਂਗੇ, ਉਧਰਲੇ ਪਾਸੇ ਵੀ ਕਿਸਾਨਾਂ ਨੂੰ ਜਿਹੜਾ ਕਿਤੇ ਆਮਦਨ ਦੁੱਗਣੀ ਕਹਿ ਲਓ ਕਿ ਸਰਕਾਰ ਦੀ ਮਨਸ਼ਾ ਤਾਂ ਹੈ ਨਹੀਂ, ਪਰ ਇਹਨਾਂ ਦੇ ਮੁਤਾਬਕ ਜੇ ਇਹਨਾਂ ਨੂੰ ਦੇਖੀਏ ਤਾਂ ਇਹ ਕਹਿ ਦਿੰਦੇ ਨੇ ਕਿ ਆਮਦਨ ਦੁੱਗਣੀ ਹੋ ਜਾਏਗੀ, ਕਿਸਾਨਾਂ ਨੂੰ ਬੜਾ ਫਾਇਦਾ ਹੋਏਗਾ। ਕਿਉਂਕਿ ਅੱਜ ਕੱਲ੍ਹ ਲੋਕ ਚਾਹੁੰਦੇ ਨੇ ਕਿ ਕੁਦਰਤੀ ਚੀਜ਼ਾਂ ਸਾਨੂੰ ਮਿਲਣ, ਬਾਕੀ ਚੀਜ਼ਾਂ ਨਾਲ ਤਾਂ ਜਿਹੜੀਆਂ ਕੀਟਨਾਸ਼ਕ ਆ ਗਏ ਉਹਦੇ ਕਰਕੇ ਬਿਮਾਰੀਆਂ ਫੈਲਦੀਆਂ ਨੇ, ਕੈਂਸਰ, ਕਾਲਾ ਪੀਲੀਆ ਵਰਗੇ ਰੋਗ ਸਾਨੂੰ ਪਤਾ ਹੀ ਨੇ ਕਿਸ ਤਰ੍ਹਾਂ ਪਾਣੀਆਂ ਦੇ ਵਿੱਚ ਸਭ ਕੁਝ ਘੁਲਿਆ। ਦੇਖੋ ਇਹ ਬਿਲਕੁਲ ਅੱਛੀ ਗੱਲ ਆ, ਕਹਿਣ ਨੂੰ ਬੜੀ ਇਹ ਸੋਹਣੀ ਗੱਲ ਲੱਗਦੀ ਹੈ ਕਿ ਜੀ ਜੈਵਿਕ ਖੇਤੀ ਵੱਲ ਆਓ। ਹੁਣ ਇਸ ਵਾਰ ਬਜਟ ਦੇ ਵਿੱਚ ਕੀ ਅਨਾਉਂਸ ਹੋਇਆ? ਜੈਵਿਕ ਖੇਤੀ ਨੂੰ ਬੜਾਵਾ ਦੇਣ ਲਈ ਕੋਈ ਬਜਟ ਨਹੀਂ ਅਨਾਉਂਸ ਹੋਇਆ। ਸਿਰਫ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਤੁਸੀਂ ਆਪਣਾ ਸਿਲੇਬਸ ਚੇਂਜ ਕਰੋ, ਤੇ ਸਿਲੇਬਸ ਚੇਂਜ ਉਹਨੂੰ ਜ਼ੀਰੋ ਬਜਟ ਖੇਤੀ, ਜਾਣੀ ਕਿ ਖੇਤੀ ਤੇ 1 ਰੁਪਇਆ ਵੀ ਖਰਚਾ ਨਾ ਹੋਵੇ, ਇਹੋ ਜਿਹੀ ਖੇਤੀ ਦੇ ਤੁਸੀਂ ਮਾਡਲ ਤਿਆਰ ਕਰੋ। ਪਰ ਹੁਣ ਗੱਲ ਆਉਂਦੀ ਹੈ ਕਿ ਵੀ ਜੇ ਅਸੀਂ ਜੈਵਿਕ ਖੇਤੀ ਵੱਲ ਜਾਂਦੇ ਆ ਤਾਂ ਇੱਕਦਮ ਝਾੜ ਘਟੂਗਾ, ਤਾਂ ਉਹਦੇ ਬਾਰੇ ਜਿਹੜਾ ਸਾਨੂੰ ਕੋਈ ਸਪੋਰਟ ਦੇਣ ਲਈ ਕੋਈ ਕੀ ਇਹਨਾਂ ਦੀ ਕੋਈ ਨੀਤੀ ਬਣਾਈ ਹੈ ਇਹਨਾਂ ਨੇ? ਫਿਰ ਮੰਡੀਕਰਨ ਦੀ ਸਮੱਸਿਆ ਹੈ, ਤੇ ਫਿਰ ਜਿਹੜਾ ਮੇਨ ਜਿਹੜੀ ਸਾਡੀ ਲੋੜ ਹੈ ਕਿ ਜੇ ਅਸੀਂ ਜੈਵਿਕ ਖੇਤੀ ਵੱਲ ਜਾਣਾ ਤਾਂ ਉਹਦਾ ਮੰਡੀਕਰਨ ਵੀ ਕਿਸਾਨ ਜੇ ਖੁਦ ਕਰੇ ਤਾਂ ਉਹਨੂੰ ਭਾਅ ਮਿਲੂਗਾ, ਤੇ ਨਹੀਂ ਤਾਂ ਫਿਰ ਵਪਾਰੀਆਂ ਨੇ ਤਾਂ ਲੁੱਟੀ ਜਾਣਾ। ਤਾਂ ਇਸ ਕਰਕੇ ਉਹਦੇ ਕੋਈ ਐਗਰੋ ਬੇਸਡ ਇੰਡਸਟਰੀ ਲਾਉਣ ਲਈ ਕੋਈ ਲੋਨ ਜਾਂ ਕੋਈ ਸਬਸਿਡੀ ਉਹ ਕੁਝ ਵੀ ਨਹੀਂ ਅਨਾਉਂਸ ਕੀਤਾ। ਸਿਰਫ ਇਹ
ਮਤਲਬ ਸੁਪਨੇ ਸਜਾ ਰਹੇ ਨੇ ਕਿ ਇਹ ਕਰ ਲਓ ਤੇ ਆਪ ਸਰਕਾਰ ਨੇ ਸਹਾਇਤਾ ਕੋਈ ਵੀ ਨਹੀਂ ਦੇਣੀ, ਬਸ ਦਿਨੋਂ ਦਿਨ ਜਿਹੜਾ ਹੈਗਾ ਆਪਣਾ ਹੱਥ ਖਿੱਚੀ ਜਾਂਦੇ ਨੇ ਹਰ ਫੀਲਡ ਦੇ ਵਿੱਚੋਂ। ਬਿਲਕੁਲ। ਇਹ ਤਾਂ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਭਲੇ ਦੀ ਬਣਾਈ ਆ, ਪਰ ਮਜ਼ਦੂਰ ਜਿਵੇਂ ਖੁਦਕੁਸ਼ੀਆਂ ਹੁੰਦੀਆਂ, ਮਜ਼ਦੂਰ ਵੀ ਵਿਚਾਰੇ ਮਾਰੇ ਫਿਰਦੇ ਨੇ, ਉਹਨਾਂ ਦੀ ਵੀ ਗੱਲ ਹੋਣੀ ਚਾਹੀਦੀ ਆ। ਇਹ ਮਨਰੇਗਾ ਦੇ ਵਿੱਚੋਂ ਜਿਵੇਂ ਹੱਥ ਪਿੱਛੇ ਖਿੱਚ ਲਏ, ਪੰਜਾਬ ਸਰਕਾਰ ਤੇ ਵੀ ਬੜੇ ਸਵਾਲ ਉੱਠਦੇ ਕਿ ਤੁਸੀਂ ਕਿੰਨਾ ਕੁ ਦਿੱਤਾ ਇਹਨਾਂ ਨੂੰ ਮਨਰੇਗਾ ਦੇ ਵਿੱਚ ਜਿਹੜਾ ਰੁਜ਼ਗਾਰ ਹੈ, ਤੁਸੀਂ ਆਪਣਿਆਂ ਨੂੰ ਜਿਹੜਾ ਆਪਣੇ, ਕਈ ਤਾਂ ਮੈਂ ਸੁਣਿਆ ਕਿ ਪੰਚਾਂ ਦੇ ਪਰਿਵਾਰਾਂ ਤੱਕ ਜਿਹੜਾ ਉਹ ਪਹੁੰਚ ਗਿਆ, ਪਰ ਜਿਹੜੇ ਗਰੀਬ ਸੀ ਉਹਨਾਂ ਤੱਕ ਪਹੁੰਚਿਆ ਨਹੀਂ। ਤੇ ਕੇਂਦਰ ਸਰਕਾਰ ਇਹੋ ਜਿਹੇ ਮਸਲਿਆਂ ਦੀ ਜਾਂਚ ਕਿਉਂ ਨਹੀਂ ਕਰਾਉਂਦੀ? ਇਹ ਬਿਲਕੁਲ ਦੇਖੋ, ਚੋਰ ਤੇ ਕੁੱਤੀ ਰਲੇ ਹੋਏ ਨੇ। ਜਦੋਂ ਇਹ ਤੁਹਾਡੀ ਗੱਲ ਠੀਕ ਹੈ ਕਿ ਨਰੇਗਾ ਕੁਝ 2-4 ਸਰਪੰਚ ਮਿਲਣਗੇ ਤੁਹਾਨੂੰ ਪੰਜਾਬ ਚੋਂ ਜਿਨ੍ਹਾਂ ਨੇ ਨਰੇਗਾ ਦਾ ਪੂਰਾ ਪੈਸਾ ਪਿੰਡ ਤੇ ਲਾਇਆ ਹੋਵੇ, ਤੇ ਨਹੀਂ ਤਾਂ ਬਿੱਲ ਕੱਟੇ ਜਾਂਦੇ ਨੇ, ਪੰਚਾਇਤ ਸੈਕਟਰੀ ਮਿਲ ਕੇ ਨਾਲ ਪੈਸਾ ਖਾ ਜਾਂਦੇ ਨੇ, ਤੇ ਮਜ਼ਦੂਰਾਂ ਨੂੰ ਜਿਹੜਾ ਉਹ ਕੰਮ ਆਪਾਂ ਨੂੰ ਪਤਾ ਹੀ ਹੈ ਕਿੰਨਾ ਕੁ ਮਿਲ ਰਿਹਾ। ਦੂਜਾ, ਉਹਦੇ ਬਾਵਜੂਦ ਵੀ ਉਹ ਚੋਂ ਇਸ ਵਾਰ 27,000 ਕਰੋੜ ਰੁਪਇਆ 2 ਸਾਲਾਂ ਦੇ ਅੰਦਰ ਮੈਂ ਤੁਹਾਨੂੰ ਦੱਸਿਆ ਵੀ ਉਹ ਕੱਟ ਲਿਆ ਨਰੇਗਾ ਦਾ। ਤੇ ਫਿਰ ਜਿਹੜਾ ਪੀਡੀਐਸ ਸਿਸਟਮ ਆ ਜਿਹਦੇ ਰਾਹੀਂ ਗਰੀਬਾਂ ਨੂੰ ਅਨਾਜ ਤੇ ਹੋਰ ਦਾਲਾਂ ਉਹ ਮਿਲਣੀਆਂ ਹੁੰਦੀਆਂ ਨੇ ਫ੍ਰੀ, ਉਹਦੇ ਤੇ ਤਾਂ 2014 ਦੀ ਤੁਸੀਂ ਆਪਣਾ ਪਾਲਿਸੀ ਪੜ੍ਹੋ ਇਹਨਾਂ ਦੀ, ਜਿਹੜੇ ਆਪਣੇ ਹਿਮਾਚਲ ਦੇ ਮੁੱਖ ਮੰਤਰੀ ਸੀ, ਮੈਂ ਨਾਮ ਭੁੱਲ ਗਿਆ ਉਹਨਾਂ ਦਾ, ਤੇ ਉਹਨਾਂ ਨੇ ਸਾਫ਼ ਕਿਹਾ, ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ MSP ਦੇਣੀ ਬੰਦ ਕਰ ਦਿਓ, ਤੇ ਦੂਜਾ ਜੇ ਕੋਈ ਸਰਕਾਰ, ਸੂਬਾ ਸਰਕਾਰ MSP ਤੇ ਕੋਈ ਆਪਣੇ ਵੱਲੋਂ ਬੋਨਸ ਦਿੰਦੀ ਹੈ, ਜਿਵੇਂ ਪੰਜਾਬ ਸਰਕਾਰ ਕਦੇ 50 ਰੁਪਏ ਕਦੇ 20 ਰੁਪਏ ਬੋਨਸ ਦਿੰਦੀ ਆ, ਤਾਂ ਉਹਨਾਂ ਦੀ ਤੁਸੀਂ MSP ਦੀ ਜਿਹੜਾ ਸਮਰਥਨ ਦਿੰਦੇ ਹੋ ਉਹ ਕੱਟ ਲਓ ਤੁਸੀਂ, ਤੇ ਫਿਰ PDS ਸਿਸਟਮ ਖਤਮ ਕਰ ਦਿਓ, ਤੇ ਇਹਦੇ ਬਜਾਏ 700 ਰੁਪਇਆ ਤੁਸੀਂ ਖਾਤੇ 'ਚ ਪਾ ਦਿਓ। ਇਹ ਦੇਖੋ 700 ਰੁਪਏ ਨਾਲ ਕਿਸੇ ਦਾ ਗੁਜ਼ਾਰਾ ਹੋ ਜਾਊਗਾ ਰਾਸ਼ਨ ਦਾ? ਤੇ ਇਸ ਵਾਰ 20,000 ਕਰੋੜ ਰੁਪਇਆ ਜਿਹੜਾ PDS ਸਿਸਟਮ ਦੇ ਵਿੱਚੋਂ, ਜਿਹਦੇ ਰਾਹੀਂ ਗਰੀਬਾਂ ਨੂੰ ਅਨਾਜ ਮਿਲਣਾ ਸੀ, ਸਾਰਾ ਮਿਲਣਾ ਸੀ, ਉਹਦੇ ਵਿੱਚੋਂ ਉਹਦੀ ਹੋਰ ਕਟੌਤੀ ਕਰ ਲਈ ਆ। ਤਾਂ ਇਹੋ ਜਿਹੇ ਵਿੱਚ ਮਜ਼ਦੂਰ ਜਿਹੜਾ ਹੈਗਾ ਉਹ ਤੇ ਕਿਸਾਨ ਜਿਹੜਾ ਖੁਦਕੁਸ਼ੀਆਂ ਨਹੀਂ ਕਰੂਗਾ ਤਾਂ ਹੋਰ ਕੀ ਕਰੂਗਾ ਉਹ? ਬਿਲਕੁਲ। ਅੱਛਾ, ਇੱਕ ਗੱਲ ਹੋਰ ਹੈ ਕਿ ਚੋਣਾਂ ਜਿਉਂ-ਜਿਉਂ ਸਿਰ ਦੇ ਉੱਤੇ ਨੇ, ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਹੈ ਕਿ ਸਾਨੂੰ ਅੰਦਰ ਤਾੜਤਾ, ਸਾਨੂੰ ਰੈਲੀਆਂ ਨਹੀਂ ਵੱਡੀਆਂ ਕਰਨ ਦਿੰਦੇ, ਉਹ ਜ਼ੋਰ-ਸ਼ੋਰ ਸਾਨੂੰ ਨਹੀਂ ਦਿਖਾਉਣ ਦਿੰਦੇ ਤਾਂ ਕਿ ਲੋਕਾਂ ਦੇ ਵਿੱਚ ਅਸੀਂ ਜਾ ਕੇ ਬੈਠੀਏ। ਕੋਈ ਇਹ ਨਹੀਂ ਗੱਲ ਕਰਦਾ ਕਿ ਸਕੂਲ ਕਿਉਂ ਨਹੀਂ ਖੁੱਲ ਰਹੇ। ਉਸ ਪੱਧਰ ਦੇ ਉੱਤੇ ਨਾ ਤਾਂ ਮੀਡੀਆ ਦੇ ਵਿੱਚ ਚਰਚਾ ਕੀਤੀ ਜਾ ਰਹੀ ਹੈ, ਹਾਲਾਂਕਿ ਜਿਹੜੇ ਮਾਪੇ, ਅਧਿਆਪਕ ਨੇ, ਉਹ ਆ ਕੇ ਸੜਕਾਂ ਦੇ ਉੱਤੇ, ਜਾਂ ਕਹਿ ਲਓ ਕਿ ਉਹ ਵੀਡੀਓਜ਼ ਜਾਰੀ ਕਰਕੇ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਖੋਲੋ ਬਈ ਖੋਲੋ। ਸੁਪਰੀਮ ਕੋਰਟ ਨੇ ਵੀ ਕਹਿਤਾ ਕਿ ਕੁਝ ਹਦਾਇਤਾਂ ਮੇਰੇ ਖਿਆਲ 'ਚ ਲਾ ਲਓ, ਪਰ ਕੇਂਦਰ ਸਰਕਾਰ ਨੇ ਇਹਦੇ ਵਿੱਚ ਕੀ ਕੀਤਾ? ਦੇਖੋ, ਇਹ ਸਭ ਤੋਂ ਵੱਡੀ ਸਾਜ਼ਿਸ਼ ਇਹੀ ਹੈ ਕਿ ਇਹ ਸਿੱਖਿਆ ਨੂੰ 100% ਪ੍ਰਾਈਵੇਟ ਕਰਨਾ ਚਾਹੁੰਦੇ ਨੇ, ਤੇ ਆਪਣਾ ਜਿਹੜਾ ਸਿੱਖਿਆ ਦੇ ਖੇਤਰ ਚੋਂ ਆਪਣਾ ਹੱਥ ਖਿੱਚਣਾ ਚਾਹੁੰਦੇ ਨੇ। ਇਸੇ ਕਰਕੇ ਸਕੂਲ ਨਹੀਂ ਖੋਲੇ ਜਾ ਰਹੇ। ਨਹੀਂ ਤੁਸੀਂ ਇਹ ਦੇਖੋ ਵੀ ਮਸਾਜ ਪਾਰਲਰ ਤੱਕ ਖੁੱਲ ਗਏ, ਇਸ ਤੋਂ ਨਾ, ਤਾਂ ਪਰ ਸਕੂਲ ਨਹੀਂ ਖੁੱਲ ਰਹੇ। ਤੇ ਇਸ ਵਾਰ ਜਿਹੜਾ ਬਜਟ ਦੇ ਵਿੱਚ ਇਹਨਾਂ ਨੇ ਜੋ ਕੀਤਾ ਕਿ ਅਸੀਂ 200 ਆਨਲਾਈਨ ਚੈਨਲ ਖੋਲਾਂਗੇ, ਪਹਿਲੀ ਕਲਾਸ ਤੋਂ 12ਵੀਂ ਕਲਾਸ ਦੇ। ਮਤਲਬ ਇੱਕ ਟੀਚਰ ਜਿਹੜਾ ਬਹਿ ਕੇ ਲੈਕਚਰ ਰਿਕਾਰਡ ਕਰ ਦੇਗਾ, ਸਾਰੇ ਬੱਚੇ ਉਹਨੂੰ ਸੁਣਨਗੇ, ਤੇ ਉਹਦੇ ਨਾਲ ਜਿਹੜਾ ਹੈਗਾ ਸਿੱਖਿਆ ਦੇ ਖੇਤਰ 'ਚੋਂ ਰੁਜ਼ਗਾਰ ਖਤਮ ਹੋ ਗਿਆ। ਤੇ ਉਸ ਤੋਂ ਬਾਅਦ ਜ਼ਮੀਨੀ ਹਕੀਕਤ ਤੁਸੀਂ ਦੇਖੋ ਤਾਂ 62% ਜਿਹੜੇ ਬੱਚੇ ਨੇ, 100 ਚੋਂ 62 ਬੱਚਿਆਂ ਕੋਲੇ ਲੈਪਟਾਪ ਨਹੀਂ ਹੈਗਾ, ਸਮਾਰਟਫੋਨ ਨਹੀਂ ਹੈਗਾ। ਤੇ ਇਹ ਸਾਜ਼ਿਸ਼ ਹੀ ਇਹ ਆ। ਇਹਨਾਂ ਨੂੰ ਸਭ ਤੋਂ ਵੱਡਾ ਡਰ ਇਹ ਸੀ, ਇਹੀ ਸਤਾ ਰਿਹਾ ਹੈ ਕਿ ਅਸੀਂ ਗਰੀਬਾਂ ਤੋਂ ਸਭ ਕੁਝ ਖੋਹ ਲਿਆ, ਅਸੀਂ ਉਹਨਾਂ ਦੀ ਜਿਹੜੀ ਸਿੱਖਿਆ ਵੀ ਉਹ ਬਿਲਕੁਲ ਖਤਮ ਕਰਤੀ ਆ। ਉਹਦੇ ਬਾਵਜੂਦ ਵੀ ਇਹ ਆਪਣੀ ਮਿਹਨਤ ਨਾਲ IAS ਬਣ ਰਹੇ ਨੇ, PCS ਬਣ ਰਹੇ ਨੇ, ਡਾਕਟਰ ਤੱਕ ਬਣ ਰਹੇ ਨੇ ਗਰੀਬਾਂ ਦੇ ਬੱਚੇ। ਇਹ ਕਿਵੇਂ ਬਣ ਰਹੇ ਨੇ? ਤਾਂ ਇਸ ਦੇ ਲਈ, ਇਸ ਚੀਜ਼ ਨੂੰ ਰੋਕਣ ਦੇ ਲਈ ਇਹਨਾਂ ਨੇ ਹੁਣ ਆਨਲਾਈਨ ਪਾਲਿਸੀ ਲਾਗੂ ਕਰਤੀ ਆ। ਤੇ ਉਹਦੇ ਵਿੱਚ ਜਿਹੜੇ ਪ੍ਰਾਈਵੇਟ ਨੇ ਉਹ ਤਾਂ ਆਪਣੇ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾ ਲੈਣਗੇ, ਤੇ ਉਹਨਾਂ ਕੋਲੇ ਵਧੀਆ ਜਿਹੜਾ ਇੰਟਰਨੈਟ ਦੀਆਂ ਸੁਵਿਧਾਵਾਂ ਵੀ ਨੇ, ਉਹ ਲੈਪਟਾਪ ਵੀ ਲੈ ਕੇ ਦੇ ਸਕਦੇ ਨੇ, ਮੋਬਾਈਲ ਵੀ ਲੈ ਕੇ ਦੇ ਸਕਦੇ ਨੇ। ਪਰ ਗਰੀਬ ਆਦਮੀ ਤਾਂ ਵਿਚਾਰੇ ਨੂੰ ਰਾਸ਼ਨ ਦਾ ਹੀ ਮਹੀਨਾ ਉਹ ਤੋਂ ਪੂਰਾ ਨਹੀਂ ਹੁੰਦਾ। ਉਹ ਵੀ ਪਹਿਲਾਂ ਜਿਵੇਂ ਦੱਸਿਆ ਹੈ ਕਿ ਉਹਦੇ ਚੋਂ ਵੀ ਪੈਸੇ ਇਹ ਕੱਟੀ ਜਾਂਦੇ ਨੇ। ਉਹ ਕਿੱਥੋਂ ਆਪਣੇ ਬੱਚੇ ਨੂੰ ਇੰਟਰਨੈਟ ਦੀਆਂ ਸੁਵਿਧਾਵਾਂ ਦੇਗਾ ਤੇ ਹੋਰ ਦੇਗਾ? ਤੇ ਇਹ ਜਿਹੜਾ ਬਜਟ ਹੈ, ਸਾਫ਼ ਤੌਰ ਤੇ ਇਹ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਉਹਨਾਂ ਦੇ ਪੱਖ ਦਾ ਬਜਟ ਹੈ। ਤੇ ਇਹ ਜਿਹੜੀਆਂ ਅਨਾਉਂਸਮੈਂਟ ਹੋਈਆਂ ਕਿ ਡਿਜੀਟਲਾਈਜ਼ ਕਰਾਂਗੇ ਅਸੀਂ ਸਿੱਖਿਆ ਦੇ ਖੇਤਰ ਨੂੰ, ਉਹਦਾ ਮਕਸਦ ਇਹ ਹੈ ਕਿ ਟੀਚਰ ਸਾਨੂੰ ਰੱਖਣੇ ਨਾ ਪੈਣ, ਪ੍ਰੋਫੈਸਰ ਸਾਨੂੰ ਰੱਖਣੇ ਪੈਣ, ਪਰ ਬਾਜ਼ਾਰ ਜਿਹੜੀਆਂ ਚੀਜ਼ਾਂ ਪੈਦਾ ਕਰ ਰਿਹਾ, ਜਿਵੇਂ ਲੈਪਟਾਪ ਪੈਦਾ ਕਰ ਰਿਹਾ, ਮੋਬਾਈਲ ਪੈਦਾ ਕਰ ਰਿਹਾ, ਇੰਟਰਨੈਟ ਦੀ ਸਰਵਿਸ ਦੇ ਰਿਹਾ, ਉਹਨੂੰ ਲੋਕ ਖਰੀਦਣ ਤੇ ਮਜਬੂਰ ਹੋ ਜਾਣ। ਬਿਲਕੁਲ। ਇਹ ਜਿਹੜਾ ਸਾਫ਼ ਸਰਕਾਰ ਨੇ, ਮਤਲਬ ਜੇ 5 ਸਾਲ ਮੈਂ ਕਹਿੰਦਾ ਮੋਦੀ ਨੂੰ ਹੋਰ ਦੇ ਦਿਓ, ਤੇ ਕੱਲੀ ਚੀਜ਼ ਉਹ ਬੰਦੇ ਨੇ ਵੇਚ ਦੇਣੀ ਹੈ, ਕਿਉਂਕਿ ਬਹੁਤ ਹੱਦ ਤੱਕ ਤਾਂ ਵੇਚ ਹੀ ਚੁੱਕਿਆ। ਤੇ ਰੇਲਵੇ ਬਹੁਤ ਜਲਦੀ ਵਿਕ ਜਾਣੀ ਆ।
ਤੇ ਬੈਂਕਾਂ ਦੇ ਵਿੱਚ 77% ਤੱਕ ਜਿਹੜਾ ਬਾਹਰਲੀਆਂ ਕੰਪਨੀਆਂ ਦੀ ਇਨਵੈਸਟਮੈਂਟ ਇਹਨਾਂ ਨੇ ਅਲਾਉ ਕਰਤੀ ਆ। ਆਉਣ ਵਾਲੇ 5 ਸਾਲਾਂ ਦੇ ਵਿੱਚ ਤੁਹਾਡੇ ਕੋਲ ਇੱਕ ਵੀ ਸਰਕਾਰੀ ਬੈਂਕ ਨਹੀਂ ਬਚਣਾ। ਤੇ ਜਿਹੜਾ ਉਹ ਬ੍ਰਿਟਿਸ਼ ਰਾਜ ਸੀ ਨਾ ਈਸਟ ਇੰਡੀਆ ਕੰਪਨੀ ਦਾ, ਉਹ ਤਾਂ ਇੱਥੇ ਆ ਕੇ ਰਾਜ ਕੀਤਾ ਸੀ ਉਹਨਾਂ ਨੇ, ਪਰ ਹੁਣ ਉਹ ਆਪਣੇ ਦੇਸ਼ਾਂ 'ਚ ਬੈਠੇ ਜਿਹੜੇ ਸਾਡੇ ਤੇ ਰਾਜ ਕਰ ਰਹੇ ਨੇ, ਮੋਦੀ ਵਰਗੇ ਨਲਾਇਕ ਜਿਹੜੇ ਪ੍ਰਧਾਨ ਮੰਤਰੀਆਂ ਦੇ ਰਾਹੀਂ। ਜੀ ਜੇ 77% ਤੱਕ ਤੁਹਾਡਾ ਕਿਸੇ ਵੀ ਧੰਦੇ ਦੇ ਵਿੱਚ ਕੰਟਰੋਲ ਹੈਗਾ, ਇਹਦਾ ਮਤਲਬ ਤੁਹਾਡਾ ਹੀ ਧੰਦਾ, ਉਹਦੀ ਆਮਦਨ ਵੀ ਤੁਹਾਡੀ ਆ। ਤੇ ਉਹ ਇਹਨਾਂ ਨੇ ਸਾਫ਼ ਜਿਹੜਾ ਹੈਗਾ ਬਾਹਰਲੇ ਦੇਸ਼ਾਂ ਨੂੰ ਇਹਨਾਂ ਨੇ ਅਲਾਉ ਕਰਤਾ। ਬਿਲਕੁਲ। ਤਰਾਸਦੀ ਜਗਤਾਰ ਸਿੰਘ ਜੀ ਇਹ ਆ, ਮੇਰਾ ਆਖਰੀ ਸਵਾਲ ਇਹ ਰਹੂਗਾ ਕਿ ਸਿਆਸਤਦਾਨ ਜਿਹੜੇ ਨੇ ਸਾਡੇ ਪੰਜਾਬ ਵਾਲੇ ਦੇਖ ਲਓ, ਸਭ ਰਲੇ ਹੋਏ ਨੇ ਇਹਨਾਂ ਦੇ ਹਸਪਤਾਲਾਂ 'ਚ, ਸਕੂਲਾਂ ਦੇ ਵਿੱਚ ਹਿੱਸੇਦਾਰੀਆਂ, ਜਾਂ ਕਹਿ ਲਓ ਕਿ ਸਿੱਧੇ ਢੰਗ ਦੇ ਨਾਲ ਇਹਨਾਂ ਦਾ ਇਨਵੈਸਟਮੈਂਟ ਉੱਥੇ ਆ। ਨਾ ਤਾਂ ਇਹਨਾਂ ਨੇ ਸਿੱਖਿਆ ਨੂੰ ਉੱਚਾ ਚੱਕਣ ਦੀ ਗੱਲ ਕੀਤੀ। ਬੀਜੇਪੀ ਕਹਿ ਦਿੰਦੀ ਹੈ ਕਿ ਵਨ ਨੇਸ਼ਨ ਵਨ, ਹਰ ਚੀਜ਼ ਨੂੰ ਵਨ ਕਰ ਦੇਣਾ, ਐਜੂਕੇਸ਼ਨ, ਪੈਨਸ਼ਨ। ਸਿੱਖਿਆ ਦੇ ਉੱਤੇ ਜ਼ੋਰ ਨਹੀਂ ਦਿੰਦੇ। ਉੱਥੇ ਨਹੀਂ ਕਹਿੰਦੇ ਕਿ ਸਾਰਿਆਂ ਨੂੰ ਬਰਾਬਰ ਦੀ ਸਿੱਖਿਆ, ਰਾਈਟ ਟੂ ਐਜੂਕੇਸ਼ਨ ਐਕਟ ਜਿਹੜਾ ਉਹ ਲਾਗੂ ਹੋਣਾ ਚਾਹੀਦਾ, ਤਾਂ ਕਿ ਮਾਪਿਆਂ ਤੋਂ ਵੀ ਬੋਝ ਘਟੇ ਤੇ ਬੱਚਿਆਂ ਤੋਂ ਵੀ ਬੋਝ ਘਟੇ, ਉਹ ਵੀ ਥੋੜੇ ਸੁਤੰਤਰ ਹੋਣ। ਇੱਥੇ ਆ ਦੇਖ ਲਓ ਤੁਸੀਂ, ਮੈਂ ਅਖਬਾਰਾਂ 'ਚ ਪੜ੍ਹ ਰਿਹਾ ਸੀ ਕਿ ਕੈਨੇਡਾ ਵਾਲੇ ਜਿਹੜੇ ਉੱਥੇ ਕਾਲਜਾਂ ਜਿਨ੍ਹਾਂ ਨੇ ਫੀਸ ਭਰੀ, ਮੈਂ ਪ੍ਰੋਫੈਸਰ ਸਾਹਿਬ ਨਾਲ ਵੀ ਇਹ ਤੇ ਟਾਕ ਕੀਤੀ ਸੀ, ਉਹ ਵਿਚਾਰੇ ਮਾਰੇ ਨੇ। ਉਹ ਕਹਿੰਦੇ ਕਿ ਉੱਥੋਂ ਕਾਲਜ ਬੰਦ ਕਰਤੇ, ਇੱਥੇ ਸਾਨੂੰ ਪੰਜਾਬ 'ਚ ਆਨਲਾਈਨ ਪੜ੍ਹਾ ਰਹੇ ਸੀ ਤੇ ਫੀਸਾਂ ਲੈ ਕੇ $1500, ਤੇ ਹੁਣ ਉਹ ਕਿੱਥੋਂ ਪੂਰਾ ਕਰੀਏ $15,000। ਦੇਖੋ ਇਹ ਨੀਤੀਆਂ ਜਿਹੜੀਆਂ ਨੇ ਨਾ, ਬਿਲਕੁਲ ਇਹ ਤਾਂ ਜਿਵੇਂ ਰਾਹੁਲ ਗਾਂਧੀ ਕਹਿੰਦਾ ਹੁੰਦਾ ਹਮ ਦੋ ਹਮਾਰੇ ਦੋ, ਤੇ ਮੋਦੀ, ਅਮਿਤ ਸ਼ਾਹ, ਅਡਾਨੀ ਤੇ ਅੰਬਾਨੀ, ਇਹਨਾਂ ਦਾ ਰਾਸ਼ਟਰੀਕਰਨ ਤੋਂ ਭਾਵ ਇਹ ਆ ਕਿ ਸਾਰਾ ਜਿਹੜਾ ਬਿਜ਼ਨਸ ਹੈ ਉਹ ਅਡਾਨੀ ਤੇ ਅੰਬਾਨੀ ਕੋਲੇ ਆ ਜਾਵੇ, ਸਾਰੀ ਜਿਹੜੀ ਰਾਜਨੀਤਿਕ ਪਾਵਰ ਆ ਉਹ ਅਮਿਤ ਸ਼ਾਹ ਤੇ ਮੋਦੀ ਕੋਲੇ ਆ ਜਾਵੇ। ਤੇ ਉਹ ਲਾਗੂ ਕਰਨ ਦੇ ਲਈ ਸਿੱਖਿਆ ਨੂੰ ਖਤਮ ਕਰਨਾ ਹੀ ਪੈਣਾ, ਕਿਉਂਕਿ ਧਨ ਦੇ ਖਿਲਾਫ, ਲੁੱਟ ਦੇ ਖਿਲਾਫ ਸਭ ਤੋਂ ਵੱਡੀ ਅੜਚਨ ਸਿੱਖਿਆ ਹੀ ਹੁੰਦੀ ਆ। ਜੇ ਲੋਕ ਸਿੱਖਿਤ ਹੋਣਗੇ, ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਗੇ, ਉਹ ਸਵਾਲ ਉਠਾਉਣਗੇ ਤੇ ਉਹ ਆਪਣਾ ਜਿਹੜਾ ਹੈ ਇਹਨਾਂ ਦਾ ਵਿਰੋਧ ਕਰਨਗੇ। ਤੇ ਜਦੋਂ ਲੋਕਾਂ ਤੋਂ ਤੁਸੀਂ ਸਿੱਖਿਆ ਹੀ ਖੋਲੀ, ਸਿੱਖਿਆ ਦੇਣ ਦੇ ਨਾਂ ਤੇ ਵੀ ਕਿਹੜੀ ਸਿੱਖਿਆ ਦਿੱਤੀ ਜਾ ਰਹੀ ਹੈ, ਜਿਹੜੀ ਸਿਰਫ ਟੈਕਨੀਕਲ ਸਿੱਖਿਆ, ਜਿਹੜੀ ਇਹਨਾਂ ਨੂੰ ਮਜ਼ਦੂਰ ਜਿਹੜੇ ਜਿਸ ਤਰ੍ਹਾਂ ਦੇ ਇਹਨਾਂ ਨੂੰ ਚਾਹੀਦੇ ਨੇ, ਜਿਹੜੇ ਉਹ ਪੈਦਾ ਕਰ ਸਕੇ। ਜਿਹੜਾ ਅਸਲੀ ਗਿਆਨ ਆ, ਜਿਹੜਾ ਤੁਸੀਂ ਦੇਖੋ ਵੀ ਬੜੇ ਕਾਲਜ ਤਬਾਹ ਹੋ ਗਏ ਜਿਨ੍ਹਾਂ ਚੋਂ ਲਿਟਰੇਚਰ ਦੇ ਸਬਜੈਕਟ ਨੇ, ਜਿਹੜੇ ਹਿਊਮੈਨਿਟੀਜ਼ ਦੇ ਸਬਜੈਕਟ ਜਿਹਨੂੰ ਕਹਿੰਦੇ ਆਪਾਂ, ਜਿਹਦੇ ਵਿੱਚ ਪੋਲੀਟੀਕਲ ਸਾਇੰਸ ਆ ਗਈ, ਹਿਸਟਰੀ ਆ ਗਈ, ਤੇ ਜਾਂ ਹੋਰ ਲਿਟਰੇਚਰ, ਉਹ ਖਤਮ ਹੋ ਗਏ ਨੇ। ਕੋਰਸ ਕਿਹੜੇ ਧੜਾ-ਧੜ ਕਿਹੜੇ ਕਾਲਜ ਖੁੱਲ ਰਹੇ ਨੇ, ਇੰਜੀਨੀਅਰਿੰਗ ਕਾਲਜ ਤੇ ਮੈਡੀਕਲ ਕਾਲਜ ਤੇ ਜਿਹੜਾ ਐਡਮਿਨਿਸਟ੍ਰੇਸ਼ਨ ਵਾਲੇ ਕਾਲਜ। ਤਾਂ ਉਹ ਤਾਂ ਹੋ ਰਿਹਾ ਕਿ ਇਹਨਾਂ ਦਾ ਅਸਲੀ ਸਿੱਖਿਆ ਤੋਂ ਧਿਆਨ ਹਟਾਓ ਤੇ ਇਹਨਾਂ ਦਾ ਟੈਕਨੀਕਲ ਸਿੱਖਿਆ ਵੱਲ ਇਹਨਾਂ ਨੂੰ ਤੋਰ ਦਿਓ, ਤਾਂ ਕਿ ਇਹ ਬਿਲਕੁਲ ਜਿਹੜਾ ਬ੍ਰੇਨਲੈਸ ਹੋ ਜਾਣ, ਦਿਮਾਗ ਇਹਨਾਂ ਦਾ ਕੰਮ ਨਾ ਕਰੇ ਤੇ ਬਸ ਇੱਕ ਆਰਡਰ ਨੂੰ ਫਾਲੋ ਕਰਨ। ਇਸ ਤਰ੍ਹਾਂ ਦੀ ਨੀਤੀ ਜਿਹੜੀ ਆ ਉਹ ਲਾਗੂ ਕੀਤੀ ਜਾ ਰਹੀ ਹੈ। ਬਿਲਕੁਲ। ਸ਼ੁਕਰੀਆ ਜਗਤਾਰ ਸਿੰਘ ਜੀ, ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ ਤੁਹਾਡੀ। ਸੋ ਮੇਰੇ ਨਾਲ ਮੌਜੂਦ ਸਨ ਐਡਵੋਕੇਟ ਜਗਤਾਰ ਸਿੰਘ ਸਿੱਧੂ, ਬੁਲਾਰੇ ਨੇ ਸੰਯੁਕਤ ਸਮਾਜ ਮੋਰਚੇ ਦੇ। ਕਿਸਾਨ ਵੀ ਮੈਦਾਨ ਵਿੱਚ ਕੁੱਦੇ ਹੋਏ ਨੇ, ਪਰ ਗੱਲ ਜਦੋਂ ਹੁੰਦੀ ਆ ਕਿ ਬੰਦਿਆਂ ਨੂੰ ਮਸ਼ੀਨਾਂ ਬਣਾਉਣ ਦੀ ਕੋਸ਼ਿਸ਼, ਇਹ ਕਹਿੰਦੇ ਕਿ ਮੇਡ ਇਨ ਇੰਡੀਆ, ਮੇਕ ਇਨ ਇੰਡੀਆ ਅਸੀਂ ਕਰਾਂਗੇ, ਪਰ ਉਹ ਮੇਕ ਇਨ ਇੰਡੀਆ ਨਜ਼ਰ ਆਉਂਦਾ ਕਿ ਕਿਸ ਢੰਗ ਦੇ ਨਾਲ ਤੁਹਾਡੇ ਦਿਮਾਗ ਉੱਤੇ ਕਬਜ਼ਾ ਕਰ ਲੈਣਾ ਹੈ, ਤੁਹਾਨੂੰ ਮਸ਼ੀਨਾਂ ਬਣਾ ਕੇ ਤੁਹਾਨੂੰ ਫੈਕਟਰੀਆਂ ਦੇ ਵਿੱਚ ਵਰਤਿਆ ਜਾਣਾ ਹੈ। ਇਹ ਹੁਕਮਰਾਨ ਕਦੇ ਨਹੀਂ ਚਾਹੁੰਦਾ ਕਿ ਤੁਸੀਂ ਉਹਦੇ ਬਰਾਬਰ ਬੈਠੋ, ਤੁਸੀਂ ਉਹਦੀ ਅੱਖ 'ਚ ਅੱਖ ਪਾ ਕੇ ਗੱਲ ਕਰੋ। ਇਸ ਕਰਕੇ ਜ਼ਰੂਰੀ ਇਹ ਹੈ ਕਿ ਲੋਕ ਜਾਗਰੂਕ ਹੋਣ, ਲੋਕਾਂ ਨੂੰ ਪਤਾ ਲੱਗੇ ਕਿ ਆਖਿਰਕਾਰ ਉਹਨਾਂ ਦੇ ਆਲੇ ਦੁਆਲੇ ਵਾਪਰ ਕੀ ਰਿਹਾ। ਆਟਾ ਦਾਲ ਸਕੀਮਾਂ 'ਚੋਂ ਬਾਹਰ ਨਿਕਲਣ, ਚੋਣਾਂ ਸਿਰ ਦੇ ਉੱਤੇ ਨੇ, 20 ਫਰਵਰੀ ਨੂੰ ਵੋਟਾਂ ਪੈਣੀਆਂ। ਲੋਕ ਇਹ ਵੀ ਕਹਿੰਦੇ ਨੇ, ਸਾਡੇ ਤੱਕ ਵੀ ਖਬਰਾਂ ਪਹੁੰਚਦੀਆਂ ਕਿ ਐਤਕੀ ਪਤਾ ਲੱਗ ਜਾਣਾ ਹੈ ਕਿ ਪੰਜਾਬੀ ਕਿਸ ਪੱਧਰ ਤੇ ਬੈਠੇ ਨੇ, ਜ਼ਮੀਰਾਂ ਜਾਗਦੀਆਂ ਕਿ ਨਹੀਂ ਜਾਗਦੀਆਂ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।